ਵਿਖਿਆਨ ਸਿਉ ਕਾਹੇ ਰਚਿਓ। ਇਹ ਭਾਈ ਤੂੰ ਵਿਸ਼ਿਆਂ ਦੇ ਵਿੱਚ ਵਕਾਰਾਂ ਦੇ ਵਿੱਚ ਰਚਿਆ ਹੋਇਆ ਫਸਿਆ ਹੋਇਆ ਹੈ। ਨਿਮਖ ਨਾ ਹੋਏ ਉਦਾਸ। ਇੱਕ ਨਿਮਖ ਵੀ ਥੋੜ੍ਹਾ ਮਾਤਰ ਵੀ ਜਿਹੜਾ ਉਦਾਸ ਨਹੀਂ ਹੁੰਦਾ ਹੈ, ਕਿਉਂਕਿ ਜਿੰਨਾ ਚਿਰ ਸੰਸਾਰ ਵੱਲੋਂ ਦੁਨੀਆ ਵੱਲੋਂ ਇਨਸਾਨ ਉਦਾਸ ਨਹੀਂ ਹੁੰਦਾ, ਸੰਸਾਰ ਝੂਠਾ ਨਹੀਂ ਲੱਗਦਾ, ਉਨਾ ਚਿਰ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾਂਦਾ। ਤੂੰ ਥੋੜ੍ਹਾ ਮਾਤਰ ਵੀ ਨਿਮਖ ਮਾਤਰ ਵੀ ਉਦਾਸ ਨਹੀਂ ਹੁੰਦਾ ਹੈ, ਮਨ ਦੇ ਵਿੱਚ ਤੇਰੇ ਵੈਰਾਗ ਹੀ ਨਹੀਂ ਹੁੰਦਾ। ਕਹੋ ਨਾਨਕ ਭਜ ਹਰ ਮਨਾ। ਨੌਵੇਂ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹਨ, ਗੁਰੂ ਤੇਗ ਬਹਾਦਰ ਮਹਾਰਾਜ ਜੀ, ਹੈ ਭਾਈ ਹਰੀ ਨੂੰ ਭਜਨਾ ਕਰ, ਪਰਮਾਤਮਾ ਦਾ ਨਾਮ ਜਪਣਾ ਕਰ। ਪਰੈ ਨਾ ਜਮ ਕੀ ਫਾਸ। ਜੇ ਤੂੰ ਪਰਮਾਤਮਾ ਦਾ ਨਾਮ ਜਪੇਗਾ, ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ, ਤੇਰੇ ਗਲ ਦੇ ਵਿੱਚ ਜਮਾਂ ਦੀ ਫਾਸੀ ਨਹੀਂ ਪਵੇਗੀ, ਜਮਾਂ ਦੀ ਫਾਹੀਆਂ ਤੂੰ ਬਚ ਜਾਵੇਂਗਾ। ਤਰਨ ਆਪੋ ਇਉਂ ਹੀ ਗਇਓ। ਤਰਨ ਆਪੋ ਕਹਿੰਦੇ ਹਨ ਜਵਾਨੀ ਨੂੰ, ਜਿਹੜੀ ਤੇਰੀ ਜਵਾਨੀ ਹੈ ਉਹ ਇਸੇ ਤਰ੍ਹਾਂ ਹੀ ਬੀਤ ਗਈ ਹੈ। ਬਚਪਨ ਬੀਤ ਗਿਆ, ਜਵਾਨੀ ਵੀ ਬੀਤ ਗਈ ਹੈ। ਪਰਮਾਤਮਾ ਦਾ ਨਾਮ ਨਹੀਂ ਜਪਿਆ। ਜਵਾਨੀ ਦੇ ਵਿੱਚ ਸ਼ਕਤੀ ਹੁੰਦੀ ਹੈ, ਤਾਕਤ ਹੁੰਦੀ ਹੈ, ਹੱਠ ਜਪ ਤਪ ਕਰ ਸਕਦਾ ਹੈ। ਇਸੇ ਤਰ੍ਹਾਂ ਹੀ ਤੂੰ ਬਤਾ ਦਿੱਤਾ ਹੈ ਬਚਪਨ ਤੇ ਜਵਾਨੀ। ਲਿਓ ਜਰਾ ਤਨ ਜੀਤ। ਜਦੋਂ ਜਵਾਨੀ ਚਲੀ ਜਾਂਦੀ ਹੈ, ਜਵਾਨੀ ਢਲ ਜਾਂਦੀ ਹੈ, ਫਿਰ ਜਿਹੜਾ ਹੈਗਾ ਬੁਢਾਪਾ ਆ ਜਾਂਦਾ, ਜਰ ਬੁਢਾਪਾ ਆ ਜਾਂਦਾ। ਹੁਣ ਬੁਢਾਪਾ ਵੀ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਵਾਲ ਵੀ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ, ਸਰੀਰ ਦੀ ਸ਼ਕਤੀ ਵੀ ਛੀਣ ਹੋਣੀ ਸ਼ੁਰੂ ਹੋ ਗਈ ਹੈ। ਅਤੇ ਜਵਾਨੀ ਦੇ ਵਿੱਚ ਹੰਕਾਰ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਦਾ, ਕਿਸੇ ਵਿਰਲਿਆਂ 'ਤੇ ਕਿਰਪਾ ਹੁੰਦੀ ਹੈ। ਸਤਿਗੁਰ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਤੂੰ ਜਵਾਨੀ ਇਸੇ ਤਰ੍ਹਾਂ ਹੀ ਗਵਾ ਲਈ ਹੈ ਅਤੇ ਹੁਣ ਤਾਂ ਬੁਢਾਪਾ ਆ ਗਿਆ ਹੈ। ਕਹੋ ਨਾਨਕ ਭਜ ਹਰ ਮਨਾ। ਇਸ ਬੁਢਾਪੇ ਨੇ ਜਿਹੜਾ ਹੈ ਤੇਰੇ ਤਨ ਨੂੰ ਜਿੱਤ ਲਿਆ ਹੈ। ਬੁਢਾਪਾ ਜਿਹੜਾ ਹੈ ਇੱਕ ਰੋਗ ਦੀ ਨਿਆਈ ਹੈ। ਇਹਦੇ ਉੱਤੇ ਇਹ ਬੁਢਾਪਾ ਜਿਹੜਾ ਛਾ ਗਿਆ ਹੈ। ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਇਹ ਭਾਈ ਹਰੀ ਨੂੰ ਭਜਨਾ ਕਰ, ਹਰੀ ਦਾ ਨਾਮ ਜਪ। ਆਉਦ ਜਾਤ ਹੈ ਬੀਤ। ਇਹ ਭਾਈ ਤੇਰੀ ਉਮਰ ਬੀਤ ਰਹੀ ਹੈ। ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ ਖਾ ਜਾਂਦਾ ਹੈ। ਗਿਣਤੀ ਮਿਣਤੀ ਦੇ ਸਵਾਸ ਤੈਨੂੰ ਦਿੱਤੇ ਹੋਏ ਹਨ। ਇਸ ਸਰੀਰ ਨੇ ਸਦਾ ਨਹੀਂ ਰਹਿਣਾ ਹੈ, ਇਸ ਕਰਕੇ ਤੇਰੀ ਉਮਰ ਬੀਤਦੀ ਜਾ ਰਹੀ ਹੈ। ਤੂੰ ਪਰਮਾਤਮਾ ਦਾ ਸਿਮਰਨ ਕਰ। ਬਿਰਧ ਭਇਓ ਸੂਝੈ ਨਹੀਂ। ਇਹ ਭਾਈ ਹੁਣ ਤੂੰ ਬਿਰਧ ਵੀ ਹੋ ਗਿਆ ਹੈ, ਬੁਢਾਪਾ ਵੀ ਆ ਗਿਆ ਹੈ, ਤੈਨੂੰ ਅਜੇ ਵੀ ਸਮਝ ਨਹੀਂ ਪਈ ਹੈ, ਤੈਨੂੰ ਅਜੇ ਵੀ ਸੋਝੀ ਨਹੀਂ, ਤੈਨੂੰ ਅਜੇ ਵੀ ਅਕਲ ਨਹੀਂ ਆਈ। ਕਾਲ ਪਹੁੰਚਿਓ ਆਨ। ਕਾਲ ਜਿਹੜੀ ਹੈ ਮੌਤ ਹੈ, ਉਹ ਤੇਰੇ ਕੋਲ ਨੇੜੇ ਆ ਗਿਆ ਹੈ। ਜਵਾਨੀ ਦੇ ਵਿੱਚ ਇਹ ਕਹਿੰਦਾ ਹੈ ਡੈਥ ਇਜ਼ ਵੇਅਰ, ਕਿ ਮੌਤ ਕਿੱਥੇ ਹੈ, ਮੌਤ ਕਿੱਥੇ ਹੈ। ਬੁਢਾਪੇ ਦੇ ਵਿੱਚ ਇਸ ਨੂੰ ਫਿਰ ਪ੍ਰਤੀਤ ਹੋਣ ਲੱਗ ਜਾਂਦਾ ਹੈ ਕਿ ਡੈਥ ਇਜ਼ ਹੇਅਰ, ਡੈਥ ਇਜ਼ ਯਰ, ਮੌਤ ਮੇਰੇ ਨੇੜੇ ਮੰਡਰਾਉਂਦੀ ਹੈ। ਹੁਣ ਮੈਨੂੰ ਸੰਸਾਰ ਨੂੰ ਛੱਡਣਾ ਪੈਣਾ ਹੈ, ਦੁਨੀਆ ਤੋਂ ਜਾਣਾ ਪੈਣਾ ਹੈ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਭਾਈ ਕਾਲ ਪਹੁੰਚ ਗਿਆ ਹੈ ਨੇੜੇ, ਵਾ ਥੋੜ੍ਹੇ ਦਿਨਾਂ ਦੀ ਖੇਡ ਰਹਿੰਦੀ ਹੈ। ਜਦੋਂ ਫਿਰ ਇਸ ਸਰੀਰ ਨੇ ਡਿੱਗ ਪੈਣਾ, ਤੇਰੇ ਸਵਾਸ ਨਿਕਲ ਜਾਣੇ ਹਨ। ਕਹੋ ਨਾਨਕ ਨਰ ਬਾਵਰੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਹੇ ਭਾਈ, ਹੇ ਮਨੁੱਖ, ਹੇ ਇਨਸਾਨ, ਕਿਉਂ ਤੂੰ ਬਾਹਰਾ ਹੋਇਆ ਫਿਰਦਾ ਹੈ, ਕਿਉਂ ਤੂੰ ਭੁੱਲਿਆ ਹੋਇਆ ਫਿਰਦਾ, ਕਿਉਂ ਸ਼ਦਾਈ ਬਣਿਆ ਹੋਇਆ ਹੈ, ਕਿਉਂ ਮੂਰਖ ਬਣਿਆ ਹੋਇਆ ਹੈ। ਕਿਉਂ ਨਾ ਭਜੈ ਭਗਵਾਨ। ਉਸ ਪਰਮੇਸ਼ਰ ਨੂੰ, ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਨੂੰ ਕਿਉਂ ਨਹੀਂ ਭਜਦਾ, ਕਿਉਂ ਨਹੀਂ ਉਹਦੇ ਗੁਣ ਗਾਉਂਦਾ, ਕਿਉਂ ਨਹੀਂ ਉਹਦੀ ਭਗਤੀ ਕਰਦਾ, ਕਿਉਂ ਨਹੀਂ ਉਸ ਦਾ ਨਾਮ ਜਪਦਾ। ਧਨ ਦਾਰਾ ਸੰਪਤ ਸਗਲ। ਜੋ ਵੀ ਧਨ ਹੈ, ਪੈਸਾ ਹੈ, ਦਾਰਾ ਨਾਮ ਇਸਤਰੀ ਦਾ ਹੈ, ਸੰਪਤ ਜਿੰਨੀ ਵੀ ਤੇਰੇ ਕੋਲ ਸੰਪਤੀ ਹੈ, ਜਿੰਨੀ ਵੀ ਤੇਰੇ ਕੋਲ ਪ੍ਰੋਪਰਟੀ ਹੈ,
ਇਹ ਸਾਰੀ ਭਾਈ ਜਿਨ ਆਪਣੀ ਕਰ ਮਾਨ। ਐ ਇਨਸਾਨ ਜਿਸ ਨੂੰ ਤੂੰ ਆਪਣੀ ਸਮਝ ਰਿਹਾ ਹੈ ਕਿ ਮੇਰੀ ਪ੍ਰਾਪਰਟੀ ਹੈ, ਮੇਰੀ ਜ਼ਮੀਨ ਜਾਇਦਾਦ ਹੈ, ਇਹ ਮੇਰਾ ਪੈਸਾ ਹੈ, ਮੇਰੀ ਇਸਤਰੀ ਹੈ। ਇਨ ਮੈਂ ਕਛ ਸੰਗੀ ਨਹੀਂ। ਸਤਿਗੁਰੂ ਜੀ ਫਰਮਾਉਂਦੇ ਹਨ, ਹੇ ਭਾਈ ਇਹਦੇ ਵਿੱਚ ਤੇਰਾ ਕੋਈ ਵੀ ਸੰਗੀ ਨਹੀਂ ਹੋਣਾ ਹੈ। ਨਾ ਤੇਰੇ ਨਾਲ ਪ੍ਰਾਪਰਟੀ ਨੇ ਜਾਣਾ ਹੈ, ਨਾ ਤੇਰੇ ਨਾਲ ਇਸਤਰੀ ਹੋਏ ਭਾਵੇਂ ਹਜ਼ਾਰਾਂ ਇਸਤਰੀਆਂ ਹੋਣ ਉਹ ਵੀ ਤੇਰੇ ਨਾਲ ਨਹੀਂ ਜਾਣਗੀਆਂ। ਜਿਹੜਾ ਇਹ ਪੈਸਾ ਹੈ, ਧਨ ਦੌਲਤ ਹੈ, ਇਹ ਵੀ ਤੇਰੇ ਨਾਲ ਨਹੀਂ ਹੋਣਗੇ, ਤੇਰੇ ਸਾਥੀ ਨਹੀਂ ਬਣਨਗੇ। ਨਾਨਕ ਸਾਚੀ ਜਾਨ। ਇਹ ਸੱਚ ਮੰਨ ਲੈ ਭਾਈ ਤੂੰ, ਇਹ ਗੁਰੂ ਦੀ ਗੱਲ, ਬਾਣੀ ਦੀ ਗੱਲ, ਸ਼ਾਸਤਰ ਦੀ ਗੱਲ ਜਿਹੜੀ ਹੈ ਸੱਚੀ ਸਮਝ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ। ਕਿੰਨੀ ਦੁਨੀਆ ਚਲੀ ਗਈ ਹੈ ਸੰਸਾਰ ਤੋਂ, ਕਿੰਨੇ ਸਾਡੇ ਤੋਂ ਪਹਿਲਾਂ ਹੋ ਗਏ ਹਨ, ਕਿੰਨੇ ਮਰ ਗਏ ਹਨ, ਕਿੰਨੇ ਆ ਕੇ ਚਲੇ ਗਏ ਹਨ, ਕਿੰਨੇ ਪੈਦਾ ਹੁੰਦੇ ਨੇ, ਕਿੰਨੇ ਇਸ ਧਰਤੀ ਦੇ ਉੱਤੇ ਜੀ ਕੇ ਚਲੇ ਗਏ ਹਨ। ਕੋਈ ਵੀ ਨਾ ਤਾਂ ਪ੍ਰਾਪਰਟੀ ਨਾਲ ਲੈ ਕੇ ਗਿਆ, ਨਾ ਧਰਤੀ ਨਾਲ ਲੈ ਕੇ ਗਿਆ, ਨਾ ਕੋਈ ਮਿੱਤਰ ਦੋਸਤ ਨਾਲ ਗਏ ਹਨ, ਨਾ ਕੋਈ ਇਸਤਰੀ, ਨਾ ਇਸਤਰੀ ਨਾਲ ਪੁਰਸ਼, ਕੋਈ ਵੀ ਸਾਥ ਨਹੀਂ ਜਾਂਦਾ ਹੈ। ਇਹ ਸੱਚ ਕਰਕੇ ਸਮਝ ਲੈ। ਪਤਿਤ ਉਦਾਹਰਨ ਭੈ ਹਰਨ। ਜੋ ਪਰਮੇਸ਼ਰ ਜੀ ਹਨ, ਪ੍ਰਭੂ ਜੀ ਹਨ, ਹਰੀ ਜੀ ਹਨ, ਅਕਾਲ ਪੁਰਖ ਜੀ ਹਨ, ਉਹ ਪਤਿਤਾਂ ਨੂੰ ਵੀ ਜਿਹੜਾ ਹੈ ਉਧਾਰ ਕਰਨ ਵਾਲੇ ਹਨ, ਪਾਪੀਆਂ ਦਾ ਵੀ ਉਧਾਰ ਕਰਨ ਵਾਲੇ ਹਨ। ਜਿਹੜੇ ਬਹੁਤ ਜਿਨ੍ਹਾਂ ਦੀ ਬਿਰਤੀ ਨੀਵੀਂ ਚਲੀ ਗਈ, ਪਾਪਾਂ ਵਿੱਚ ਗ੍ਰਸਤ ਹੋ ਗਏ, ਵਿਕਾਰਾਂ ਵਿੱਚ ਗ੍ਰਸਤ ਹੋ ਗਏ, ਫਸ ਗਏ, ਪਤਿਤ ਹੋ ਗਏ, ਅਤੇ ਪਰਮੇਸ਼ਰ ਉਹਨਾਂ ਦਾ ਵੀ ਉਧਾਰ ਕਰ ਦਿੰਦਾ ਹੈ। ਪਤਿਤ ਉਦਾਹਰਨ ਭੈ ਹਰਨ, ਜੋ ਸ਼ਰਨ ਵਿੱਚ ਆ ਜਾਂਦਾ ਹੈ ਉਹਨਾਂ ਦੇ ਸਾਰੇ ਡਰਾਂ ਨੂੰ ਦੂਰ ਕਰ ਦਿੰਦਾ ਹੈ ਪਰਮਾਤਮਾ। ਸਾਰੇ ਭੈ ਨਾਸ ਹੋ ਜਾਂਦੇ ਹਨ ਅਤੇ ਪਤਿਤਾਂ ਦਾ ਵੀ ਉਧਾਰ ਕਰ ਦਿੰਦਾ ਹੈ। ਹਰ ਅਨਾਥ ਕੇ ਨਾਥ। ਜੋ ਸਾਰੇ ਪਾਪਾਂ ਨੂੰ ਹਰਨ ਵਾਲਾ, ਸਾਰੇ ਪਾਪਾਂ ਦਾ ਹਰ ਨਾਸ ਕਰਨ ਵਾਲਾ ਜਾਂ ਹਰੀ ਜੀ ਹਨ। ਜੋ ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਅਤੇ ਅਨਾਥਾਂ ਦਾ ਵੀ ਨਾਥ ਹੈ ਪਰਮਾਤਮਾ, ਜਿਨ੍ਹਾਂ ਦਾ ਕੋਈ ਨਹੀਂ ਸੰਸਾਰ ਦੇ ਵਿੱਚ ਹੁੰਦਾ। ਜਿਵੇਂ ਕੋਈ ਬੱਚਾ ਜਿਸ ਦੇ ਮਾਤਾ ਪਿਤਾ ਚੜ੍ਹਾਈ ਕਰ ਜਾਣ, ਅਨਾਥ ਹੋ ਜਾਵੇ, ਅਤੇ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਜਿਸ ਜੀਵ ਦਾ ਸੰਸਾਰ ਦੇ ਵਿੱਚ ਕੋਈ ਵੀ ਨਾ ਹੋਵੇ, ਉਹ ਅਨਾਥਾਂ ਦਾ ਨਾਥ ਹੈ ਪਰਮਾਤਮਾ। ਪਰਮੇਸ਼ਰ ਜੋ ਹੈ, ਮਾਲਕ ਜੋ ਹੈ, ਉਹੀ ਸੱਚਾ ਆਸਰਾ ਹੈ। ਕਹੋ ਨਾਨਕ ਤੇ ਜਾਨੀਐ। ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਭਾਈ ਉਸ ਨੂੰ ਜਾਣਨਾ ਕਰ, ਉਸ ਨੂੰ ਸਮਝ, ਉਸ ਦਾ ਗਿਆਨ ਹਾਸਲ ਕਰ ਪਰਮਾਤਮਾ ਦਾ। ਸਦਾ ਬਸਤ ਤੁਮ ਸਾਥ। ਤੂੰ ਉਸ ਨੂੰ ਜਾਣਦਾ ਨਹੀਂ ਹੈ, ਤੂੰ ਉਸ ਤੋਂ ਅਣਜਾਣ ਹੋਇਆ ਫਿਰਦਾ ਹੈ, ਅਤੇ ਉਹ ਸਦਾ ਹੀ ਤੇਰੇ ਨਾਲ ਰਹਿੰਦਾ ਹੈ, ਸਦਾ ਹੀ ਤੇਰੇ ਸਾਥ ਹੈ। ਉਸੇ ਨੇ ਹੀ ਤੈਨੂੰ ਇਹ ਜਿਹੜਾ ਹੈ ਅਮੋਲਕ ਜਨਮ ਦਿੱਤਾ ਹੈ, ਅਮੋਲਕ ਇਹ ਸਰੀਰ ਦੀ ਡੈਕੋਰੇਸ਼ਨ ਕੀਤੀ ਹੈ। ਉਸ ਨੇ ਪੰਜਾਂ ਤੱਤਾਂ ਤੋਂ ਪੁਤਲਾ ਬਣਾਇਆ ਹੈ, ਉਸ ਨੇ ਮਾਤਾ ਦੇ ਪੇਟ ਵੀ ਤੇਰੀ ਰਕਸ਼ਾ ਕੀਤੀ ਹੈ। ਅਤੇ ਉਸ ਪਰਮਾਤਮਾ ਨੂੰ ਸਦਾ ਹੀ ਨਾਲ ਜਾਣੋ, ਸਦਾ ਹੀ ਤੇਰੇ ਨਾਲ ਹੈ, ਸਦਾ ਹੀ ਅੰਗ ਸੰਗ ਹੈ। ਉਸ ਨੂੰ ਦੂਰ ਨਾ ਸਮਝ, ਉਸ ਨੂੰ ਬੇਗਾਨਾ ਨਾ ਜਾਣ। ਤਨ ਧਨ ਜੇ ਤੂੰ ਕੋ ਦਿਓ। ਜੋ ਇਹ ਧਨ ਦਿੱਤਾ ਹੈ, ਧਨ ਜੋ ਸਰੀਰ ਦਿੱਤਾ ਹੈ, ਜੋ ਪੈਸਾ ਦਿੱਤਾ ਹੈ, ਧਨ ਦਿੱਤਾ ਹੈ, ਪ੍ਰਾਪਰਟੀ ਦਿੱਤੀ ਹੈ, ਉਸ ਪਰਮਾਤਮਾ ਨੇ ਦਿੱਤੀ ਹੈ। ਪੰਜੇ ਤੱਤ ਉਸ ਨੇ ਪੈਦਾ ਕੀਤੇ ਨੇ, ਇਹ ਧਰਤੀ ਵੀ ਉਸ ਨੇ ਪੈਦਾ ਕੀਤੀ ਹੈ, ਜੋ ਇਹ ਸਰੀਰ ਦੀ ਰਚਨਾ ਵੀ ਉਸ ਨੇ ਕੀਤੀ ਹੈ। ਤਨ ਧਨ ਜੇ ਤੋਕੋ ਦਿਓ, ਹੈ ਭਾਈ, ਇਹ ਇਨਸਾਨ, ਇਹ ਮਨੁੱਖ, ਉਸ ਪਰਮਾਤਮਾ ਨੇ ਹੀ ਤੈਨੂੰ ਇਹ ਤਨ ਧਨ ਦੀ ਬਖਸ਼ਿਸ਼ ਕੀਤੀ ਹੈ, ਉਸੇ ਨੇ ਦਿੱਤਾ ਹੋਇਆ ਹੈ। ਤਾਸਿਓ ਨੇਹ ਨਾ ਕੀਨਾ। ਐ ਇਨਸਾਨ ਤੂੰ ਕਿੰਨਾ ਮੂਰਖ ਬਣ ਰਿਹਾ ਹੈ। ਉਸ ਪਰਮਾਤਮਾ ਨੂੰ ਤੂੰ ਛੱਡ ਦਿੱਤਾ ਹੈ, ਉਸ ਪਰਮਾਤਮਾ ਦਾ ਤਿਆਗ ਕਰ ਦਿੱਤਾ ਹੈ। ਦੁਨੀਆ ਦੇ ਨਾਲ ਤੂੰ ਪ੍ਰੇਮ ਕਰ ਰਿਹਾ ਹੈ, ਸੰਸਾਰ ਦੇ ਨਾਲ ਤੂੰ ਮੋਹ ਕਰ ਰਿਹਾ ਹੈ, ਕਿੰਨੇ ਰਿਸ਼ਤੇ ਬਣਾ ਰਿਹਾ ਹੈ, ਕਿੰਨੇ ਮੋਹ ਦੇ ਵਿੱਚ ਫਸ ਕੇ ਤੂੰ ਉਹਨਾਂ ਪਿੱਛੇ ਮਰ ਰਿਹਾ ਹੈ, ਉਹਨਾਂ ਦੇ ਪਿੱਛੇ ਜਿੰਦ ਜਾਨ ਲਾ ਰਿਹਾ ਹੈ, ਉਹਨਾਂ ਪਿੱਛੇ ਮਰਨ ਵਾਸਤੇ ਵੀ ਤਿਆਰ, ਆਪਣੇ ਜੀਵਨ ਨੂੰ ਵਿਅਰਥ ਗਵਾ ਰਿਹਾ ਹੈ।
ਉਸ ਪਰਮਾਤਮਾ ਦੇ ਨਾਲ ਤੂੰ ਕੋਈ ਪਿਆਰ ਨਹੀਂ ਕਰਦਾ। ਜਿਸ ਪਰਮਾਤਮਾ ਨੇ ਹੀ ਤੈਨੂੰ ਇਹ ਤਨ ਦਿੱਤਾ, ਸਰੀਰ ਦਿੱਤਾ, ਖਾਣ ਪੀਣ ਦਿੱਤਾ, ਸਾਰਾ ਕੁਝ ਪਰਮਾਤਮਾ ਨੇ ਦਿੱਤਾ, ਉਸ ਦੇ ਨਾਲ ਕਿਉਂ ਨਹੀਂ ਪ੍ਰੇਮ ਕਰਦਾ? ਕਹੋ ਨਾਨਕ ਨਰ ਬਾਵਰੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਨਾਨਕ ਪਾਤਸ਼ਾਹ ਫਰਮਾਉਂਦੇ ਹਨ, ਹੇ ਨਰ, ਐ ਮਨੁੱਖ, ਐ ਇਨਸਾਨ, ਕਿਉਂ ਤੂੰ ਬੌਰਾ ਹੋਇਆ ਫਿਰਦਾ ਹੈ? ਕਿਉਂ ਤੂੰ ਵਿਅਕਲ ਹੋਇਆ ਫਿਰਦਾ ਹੈ? ਕਿ ਤੂੰ ਭੁੱਲਿਆ ਫਿਰਦਾ ਹੈ? ਕਿਉਂ ਸ਼ਦਾਈ, ਕਿਉਂ ਪਾਗਲ ਹੋਇਆ ਫਿਰਦਾ ਹੈ ਸੰਸਾਰ ਦੇ ਵਿੱਚ, ਅਗਿਆਨ ਦੇ ਵਿੱਚ? ਅਬ ਕਿਉਂ ਡੋਲਤ ਦੀਨ। ਕਿਉਂ ਆਪਣੇ ਧਰਮ ਤੋਂ ਡੋਲ ਰਿਹਾ ਹੈ? ਕਿਉਂ ਬੇਦੀਨ ਹੋ ਰਿਹਾ ਹੈ? ਕਿਉਂ ਤੂੰ ਪਰਮਾਤਮਾ ਤੇ ਭਰੋਸੇ ਨੂੰ ਡੁਲਾ ਰਿਹਾ ਹੈ? ਕਿਉਂ ਤੂੰ ਪਰਮਾਤਮਾ ਦੇ ਨਾਮ ਤੇ ਵਿਸ਼ਵਾਸ ਨਹੀਂ ਕਰ ਰਿਹਾ? ਕਿਉਂ ਤੂੰ ਪਰਮਾਤਮਾ ਤੇ ਭਰੋਸਾ ਨਹੀਂ ਕਰ ਰਿਹਾ? ਕਿਉਂ ਡੋਲ ਰਿਹਾ ਹੈ ਤੂੰ? ਤਨ ਧਨ ਸੰਪੈ ਸੁਖ ਦਿਓ। ਜਿਸ ਪਰਮਾਤਮਾ ਨੇ, ਜਿਸ ਪ੍ਰਭੂ ਨੇ ਤੈਨੂੰ ਤਨ ਧਨ ਸੰਪੈ ਸੁਖ ਦਿਓ, ਤੈਨੂੰ ਇਹ ਤਨ ਦਿੱਤਾ, ਧਨ ਦਿੱਤਾ, ਸੰਪਤੀ ਦਿੱਤੀ ਹੈ, ਉਸ ਪਰਮਾਤਮਾ ਨੇ ਹੀ ਦਿੱਤੀ ਹੈ। ਤੇ ਸਾਰੇ ਸੁੱਖ ਦਿੱਤੇ ਹਨ ਪਰਮਾਤਮਾ ਨੇ, ਖਾਣ ਪੀਣ ਵਾਸਤੇ ਵੀ ਦਿੱਤਾ, ਸਾਰਾ ਕੁਝ ਪਰਮਾਤਮਾ ਨੇ ਦਿੱਤਾ, ਸਾਰੇ ਸੁੱਖ ਉਸ ਪਰਮੇਸ਼ਰ ਨੇ ਦਿੱਤੇ ਹੋਏ ਨੇ। ਕਿਉਂ ਤੂੰ ਭੁੱਲ ਰਿਹਾ ਹੈ? ਹਰ ਜਿਹੇ ਨਿੱਕੇ ਧਾਮ। ਜਿਹੜੇ ਘਰਾਂ ਦੇ ਵਿੱਚ ਤੂੰ ਰਹਿ ਰਿਹਾ, ਸੁੰਦਰ ਘਰ, ਇਸ ਪਰਮਾਤਮਾ ਨੇ ਹੀ ਦਿੱਤੇ ਨੇ। ਜੇ ਕੋਈ ਅਗਿਆਨਤਾ ਦੇ ਵਿੱਚ ਕਿ ਨਹੀਂ ਇਹ ਤਾਂ ਮੈਂ ਬਣਾਇਆ, ਇਹ ਤਾਂ ਮੇਰਾ ਹੈ, ਮੈਂ ਮਿਹਨਤ ਕੀਤੀ ਹੈ। ਬਾਈ ਪਾਣੀ ਕਿਸ ਨੇ ਪੈਦਾ ਕੀਤਾ ਹੈ? ਜਿਸ ਤੋਂ ਇੱਟਾਂ ਬਣੀਆਂ ਨੇ। ਅੱਗ ਕਿਸ ਨੇ ਪੈਦਾ ਕੀਤੀ ਹੈ? ਤੇ ਜੇ ਅੱਗ ਤੋਂ ਬਿਨਾਂ ਇੱਟਾਂ ਕਿਵੇਂ ਬਣ ਸਕਦੀਆਂ ਨੇ? ਪਾਣੀ ਤੋਂ ਬਿਨਾਂ, ਮਿੱਟੀ ਤੋਂ ਬਿਨਾਂ ਇੱਟਾਂ ਕਿਵੇਂ ਬਣ ਸਕਦੀਆਂ ਨੇ? ਜਿੰਨੀ ਵੀ ਇਹ ਮਟੀਰੀਅਲ ਹੈ ਪਰਮਾਤਮਾ ਨੇ ਪੈਦਾ ਕੀਤਾ ਹੈ। ਪੌਣ ਪਾਣੀ, ਜੋ ਪੰਜੇ ਤੱਤ ਪਰਮਾਤਮਾ ਨੇ ਪੈਦਾ ਕੀਤੇ ਨੇ। ਇਸ ਕਰਕੇ ਇਹ ਝੂਠੀ ਹੰਗਤਾ, ਝੂਠੀ ਮੈਂ ਧਾਰਨ ਕਰਦਾ, ਇਹ ਪਰਮਾਤਮਾ ਨੇ ਬਖਸ਼ਿਸ਼ ਕੀਤਾ। ਪੰਜੇ ਤੱਤ ਆ ਜਿਹੜਾ ਸੁੰਦਰ ਘਰਾਂ ਦੇ ਵਿੱਚ ਰਹਿ ਰਹੇ ਹਾਂ, ਇਹ ਪਰਮਾਤਮਾ ਨੇ ਹੀ ਦਿੱਤੇ ਹੋਏ ਨੇ ਸਾਨੂੰ। ਕਹੋ ਨਾਨਕ ਸੁਨ ਰੇ ਮਨਾ। ਸਤਿਗੁਰ ਤੇਗ ਬਹਾਦਰ ਮਹਾਰਾਜ ਜੀ ਦਇਆ ਕਰਕੇ ਬਖਸ਼ਿਸ਼ ਕਰ ਰਹੇ ਨੇ, ਕਿਰਪਾ ਕਰ ਰਹੇ ਨੇ, ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਹੇ ਭਾਈ, ਤੂੰ ਸੁਣਨਾ ਕਰ ਰਿਹਾ ਮਨੁੱਖ, ਐ ਇਨਸਾਨ। ਇਹ ਮਨੁੱਖ ਕਹਿ ਰਿਹਾ ਕਿ ਪਰਮਾਤਮਾ ਦਿਖਦਾ ਨਹੀਂ, ਪਰਮਾਤਮਾ ਨੇ ਸ੍ਰਿਸ਼ਟੀ ਬਣਾ ਕੇ ਛੱਡ ਦਿੱਤਾ। ਨਹੀਂ, ਦੇਖੋ ਪਰਮਾਤਮਾ ਦਾ ਰੂਪ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿੰਨੇ ਪਿਆਰ ਦੇ ਵਿੱਚ ਸੰਸਾਰ ਨੂੰ, ਹੋਣ ਵਾਲੇ ਸੰਸਾਰ ਨੂੰ, ਆਉਣ ਵਾਲੀ ਦੁਨੀਆ ਨੂੰ, ਪਿੱਛੇ ਹੋਣ ਵਾਲੇ ਸੰਸਾਰ ਨੂੰ, ਸਾਰਿਆਂ ਨੂੰ ਗੁਰੂ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਹੇ ਭਾਈ, ਸੁਣਨਾ ਕਰ ਤੂੰ। ਸਿਮਰਤ ਕਾਹੇ ਨਾ ਰਾਮ। ਉਸ ਪਰਮਾਤਮਾ ਨੂੰ ਜਿਹੜਾ ਘਟ ਘਟ ਵਿੱਚ ਰਮਿਆ ਹੋਇਆ ਹੈ, ਜੋ ਪਰਮਾਤਮਾ ਸਾਰੇ ਜਿਹੜਾ ਹੈ ਘਟ ਘਟ ਦੇ ਵਿੱਚ ਰਮਿਆ ਹੋਇਆ, ਉਸ ਰਾਮ ਨੂੰ, ਉਸ ਪਰਮੇਸ਼ਰ ਨੂੰ ਕਿਉਂ ਨਹੀਂ ਸਿਮਰ ਰਿਹਾ? ਕਿਉਂ ਨਹੀਂ ਯਾਦ ਕਰ ਰਿਹਾ? ਕਿਉਂ ਨਹੀਂ ਉਸ ਦਾ ਨਾਮ ਜਪਦਾ? ਕਿਉਂ ਨਹੀਂ ਭਜਨ ਕਰਦਾ ਉਸ ਦਾ? ਸਭ ਸੁਖ ਦਾਤਾ ਰਾਮ ਹੈ। ਜਿੰਨੇ ਵੀ ਸੰਸਾਰ ਦੇ ਸੁੱਖ ਦਿੱਤੇ ਨੇ ਉਹ ਪਰਮਾਤਮਾ ਨੇ ਪੈਦਾ ਕੀਤੇ ਹਨ। ਦਿਮਾਗ ਵੀ ਪਰਮਾਤਮਾ ਨੇ ਦਿੱਤਾ ਹੈ ਭਾਈ, ਮਨੁੱਖ ਦੇ ਅੰਦਰ ਜੋ ਫਿੱਟ ਕੀਤਾ ਹੈ। ਜੋ ਬੁੱਧੀ ਦਿੱਤੀ ਉਸ ਵੀ ਪਰਮਾਤਮਾ ਨੇ ਦਿੱਤੀ ਹੈ, ਜੋ ਕਿ ਇਨਸਾਨ ਕਿ ਨਹੀਂ ਪਰਮਾਤਮਾ ਨੇ ਕੀ ਕੀਤਾ ਹੈ? ਜਿਹੜਾ ਦਿਮਾਗ ਦਿੱਤਾ ਹੈ, ਜੋ ਸਾਇੰਸਦਾਨਾਂ ਨੂੰ, ਡਾਕਟਰਾਂ ਨੂੰ, ਦਿਮਾਗ ਤੋਂ ਬਿਨਾਂ ਇਨਸਾਨ ਕੀ ਕਰ ਸਕਦਾ ਹੈ? ਹੋਰ ਵੀ ਕਿੰਨੀਆਂ ਜੂਨੀਆਂ ਹਨ। ਸੋ ਇਹ ਪਰਮਾਤਮਾ ਨੇ ਜਿਹੜਾ ਹੈ ਦਿਮਾਗ ਦਿੱਤਾ ਹੈ। ਹੱਥ ਪੈਰ ਨੱਕ ਮੂੰਹ ਕੰਨ ਆਦਿ ਕਿਸ ਨੇ ਬਣਾਏ ਨੇ? ਮਾਤਾ ਦੇ ਪੇਟ ਵਿੱਚ ਇਸ ਪਰਮਾਤਮਾ ਨੇ ਹੀ ਬਣਾਏ ਨੇ। ਇਹ ਸੁੰਦਰ ਰਚਨਾ ਪਰਮਾਤਮਾ ਦੀ ਹੀ ਰਚੀ ਹੋਈ ਹੈ। ਇਸ ਕਰਕੇ ਸਾਰੇ ਸੁੱਖਾਂ ਦਾ ਦਾਤਾ ਪਰਮਾਤਮਾ ਹੈ ਭਾਈ। ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦੇਣ ਵਾਲਾ ਹੈ। ਦੂਸਰ ਨਾਹਿਨ ਕੋਇ। ਇਹ ਸਾਡੀ ਵੱਡੀ ਭੁੱਲ ਹੈ ਜੇ ਅਸੀਂ ਸਮਝੇ ਕੋਈ ਹੋਰ ਸਾਨੂੰ ਸੁੱਖ ਦੇਣ ਵਾਲਾ ਹੈ। ਜਿਵੇਂ ਆਪਣਾ ਰਜਨੀ ਜੋ ਨੂੰ ਪਿਤਾ ਪੁੱਛ ਰਿਹਾ ਹੈ ਦੁਨੀ ਚੰਦ ਕਿ ਕਿਸ ਦਾ ਦਿੱਤਾ ਹੋਇਆ ਖਾਂਦੀਆਂ ਹੋ, ਤਾਂ ਦੂਸਰੀਆਂ ਭੈਣਾਂ ਨੇ ਕਹਿ ਦਿੱਤਾ, ਹੈ ਪਿਤਾ ਤੇਰਾ ਦਿੱਤਾ ਖਾਂਦੀਆਂ ਹਾਂ। ਪਰੰਤੂ ਇਸ ਬੀਬੀ ਨੇ, ਇਸ ਸਿਆਣੀ ਸੁਘੜ ਸੁਜਾਨ ਧਰਮੀ ਬੀਬੀ ਨੇ, ਭਗਤਣੀ ਬੀਬੀ ਨੇ ਛੋਟੀ ਜਿਹੀ ਨਿੱਕੀ ਜਿਹੀ ਉਮਰ ਵਿੱਚ ਹੀ ਕਹਿ ਦਿੱਤਾ ਕਿ ਹੇ ਪਿਤਾ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀਆਂ ਹਾਂ। ਪਰਮਾਤਮਾ ਹੀ ਰਾਜ਼ਕ ਹੈ, ਪਰਮੇਸ਼ਰ ਨੇ ਹੀ
ਸਾਰਿਆਂ ਨੂੰ ਰੋਜ਼ੀ ਦਿੱਤੀ ਹੈ, ਉਹੀ ਰੋਜ਼ੀ ਦੇਣ ਵਾਲਾ ਹੈ। ਸੋ ਸਤਿਗੁਰ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਈ ਹੋਰ ਦੂਜਾ ਨਹੀਂ ਹੈ। ਪਰਮਾਤਮਾ ਹੀ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ, ਜੀਵਨ ਦੇਣ ਵਾਲਾ ਹੈ। ਕਹੋ ਨਾਨਕ ਸੁਨ ਰੇ ਮਨਾ। ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਹੇ ਭਾਈ, ਹੇ ਐ ਜੀਵ, ਐ ਇਨਸਾਨ, ਧਿਆਨ ਦੇ ਕੇ ਸੁਣਨਾ ਕਰ। ਤੇ ਸਿਮਰਤ ਗਤ ਹੋਏ। ਤੂੰ ਪਰਮਾਤਮਾ ਦਾ ਭਜਨ ਕਰ, ਤੂੰ ਪਰਮਾਤਮਾ ਦਾ ਸਿਮਰਨ ਕਰ, ਤੇ ਅਸੀਂ ਤਾਂ ਫਿਰ ਜਿਹੜੀ ਹੈ ਉਸ ਪਰਮਾਤਮਾ ਦੇ ਨਾਮ ਨੇ ਹੀ ਤੇਰੀ ਗਤੀ ਕਰਨੀ ਹੈ, ਤੇਰੀ ਮੁਕਤੀ ਕਰਨੀ ਹੈ, ਤੈਨੂੰ ਗਿਆਨ ਬ੍ਰਹਮ ਗਿਆਨ ਬਖਸ਼ਿਸ਼ ਕਰਨਾ ਹੈ ਜੇ ਸਿਮਰਤ ਗਤ ਹੋਏ। ਸੋ ਇਸ ਕਰਕੇ ਅੱਜ ਦਾ ਇਨਸਾਨ ਇਹੀ ਪੁੱਛਦਾ ਹੈ, ਬਈ ਸਿਮਰਨ ਕਰਨ ਨਾਲ ਕੀ ਹੋਊਗਾ, ਭਜਨ ਕਰਨ ਨਾਲ ਕੀ ਹੋਊਗਾ, ਨਾਮ ਜਪਣ ਨਾਲ ਕੀ ਹੋਊਗਾ। ਸਤਿਗੁਰ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋਏ, ਭਾਈ ਤੇ ਸਿਮਰਤ ਗਤ ਹੋਏ, ਪਰਮਾਤਮਾ ਨੂੰ ਨਾਮ ਜਪ ਕੇ ਹੀ ਗਤੀ ਹੋਣੀ ਹੈ, ਮੁਕਤੀ ਹੋਣੀ ਹੈ। ਨਹੀਂ ਤਾਂ ਇਸੇ ਤਰ੍ਹਾਂ 84 ਲੱਖ ਜੂਨ ਦੇ ਵਿੱਚ ਭਟਕਦਾ ਫਿਰਦਾ ਰਹੇਗਾ, ਅਗਿਆਨ ਕਰਕੇ ਸਦਾ ਹੀ ਦੁੱਖ ਪਾਉਂਦਾ ਰਹੇਗਾ, ਬਾਰ ਜੰਮੇਗਾ, ਬਾਰ ਮਰੇਗਾ। ਅਨੇਕਾਂ ਤਰ੍ਹਾਂ ਦੇ ਦੁੱਖ ਜਿਹੜੇ ਇਸ ਜਨਮ ਦੇ ਵਿੱਚ ਪਾਉਂਦਾ ਹੈ, ਹੋਰ ਜਨਮਾਂ ਦੇ ਵਿੱਚ ਕਿੰਨੇ ਦੁੱਖ ਪਾਏਗਾ, ਕਿੰਨੀਆਂ ਤਕਲੀਫਾਂ ਚੱਲੇਗਾ ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਪਰਮਾਤਮਾ ਦਾ ਸਿਮਰਨ ਕਰਕੇ, ਪਰਮਾਤਮਾ ਨੂੰ ਨਾਮ ਜਪ ਕੇ ਹੀ ਤੇਰੀ ਗਤੀ ਹੋਣੀ ਹੈ, ਤੇਰੀ ਮੁਕਤੀ ਹੋਣੀ ਹੈ। ਜੇ ਸਿਮਰਤ ਗਤ ਪਾਈਐ। ਸਤਿਗੁਰੂ ਜੀ ਫਰਮਾਉਂਦੇ ਹਨ ਇਸ ਵੈਰਾਗਮਈ ਬਾਣੀ ਦੇ ਵਿੱਚ, ਹੇ ਭਾਈ, ਜਿਸ ਪਰਮਾਤਮਾ ਨੂੰ ਸਿਮਰ ਕੇ ਪਰਮਾਤਮਾ ਦੀ ਭਗਤੀ ਕਰਕੇ ਜਿਹੜੀ ਹੈ ਗਤ ਪਾਈ ਦੀ ਹੈ, ਮੁਕਤੀ ਪ੍ਰਾਪਤ ਕਰੀ ਦੀ ਹੈ, ਸ਼ਾਂਤੀ ਪ੍ਰਾਪਤ ਕਰੀ ਦੀ ਹੈ। ਤੇ ਭਜ ਰੇ ਤੈ ਮੀਤ। ਕਿੰਨੇ ਪਿਆਰ ਦੇ ਨਾਲ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਆਪਣਾ ਮਿੱਤਰ ਬਣਾ ਕੇ, ਹੇ ਮੇਰੇ ਮਿੱਤਰੋ, ਹੇ ਪਿਆਰਿਓ, ਉਸ ਪਰਮਾਤਮਾ ਨੂੰ ਭਜਨਾ ਕਰੋ, ਉਸ ਪਰਮਾਤਮਾ ਦਾ ਨਾਮ ਜਪੋ। ਕਹੋ ਨਾਨਕ ਸੁਨ ਰੇ ਮਨਾ। ਗੁਰੂ ਜੀ ਫਰਮਾਉਂਦੇ ਹਨ, ਹੇ ਭਾਈ, ਧਿਆਨ ਦੇ ਕੇ ਸੁਣ, ਧਿਆਨ ਦੇ ਕੇ ਗੱਲ ਇਹ ਸੁਣ, ਇੱਕ ਕੰਨ 'ਚ ਨੂੰ ਪਾ ਕੇ ਦੂਜੇ ਕੰਨ 'ਚ ਨੂੰ ਨਾ ਕੱਢ। ਭੋਗਾਂ ਦੇ ਸ਼ਲੋਕ ਸੁਣਦਿਆਂ ਅਖੰਡ ਪਾਠਾਂ ਦੇ ਸਹਿਜ ਪਾਠਾਂ ਦੇ ਭੋਗ ਪੈਂਦੇ ਹਨ। ਜੇ ਲੋਕੀ ਧਿਆਨ ਦੇ ਕੇ ਸੁਣਨ, ਇਸ ਨੂੰ ਮੰਨਣ ਕਮਾਉਣ ਤਾਂ ਜੀਵਨ ਬਦਲ ਜਾਣ, ਘਰਾਂ ਦੇ ਵਿੱਚ ਸੰਸਾਰ ਦੇ ਸੁੱਖ ਸ਼ਾਂਤੀ ਹੋ ਜਾਵੇ, ਤਾਂ ਫਿਰ ਇਹ ਜਿਹੜੀ ਹੈ ਗਤ ਮੁਕਤੀ ਹੋ ਜਾਵੇ। ਪਰੰਤੂ ਅਸੀਂ ਧਿਆਨ ਦੇ ਕੇ ਸੁਣਦੇ ਹੀ ਨਹੀਂ ਭਾਈ, ਅਤੇ ਸਾਡਾ ਧਿਆਨ ਕਿਤੇ ਹੋਰੇ ਫਿਰਦਾ ਹੁੰਦਾ ਹੈ। ਗੁਰਦੁਆਰੇ ਬੈਠੇ ਹੁੰਦੇ ਹਾਂ ਅਤੇ ਭੋਗ ਦੇ ਸ਼ਲੋਕ ਸੁਣਦੇ ਹਾਂ, ਪਰੰਤੂ ਉਸ ਨੂੰ ਜਿਹੜਾ ਹੈਗਾ ਸਿਮਰਨ ਨਹੀਂ ਕਰਨ ਲੱਗਦੇ, ਭਜਨ ਕਰਨ ਨਹੀਂ ਲੱਗਦੇ। ਗੁਰੂ ਜੀ ਇਹਨਾਂ ਸ਼ਲੋਕਾਂ ਦੇ ਅੰਦਰ ਭਜਨ ਕਰਨ ਦਾ ਉਪਦੇਸ਼ ਦਿੰਦੇ ਹਨ, ਪਰੰਤੂ ਅਸੀਂ ਕਿੰਨਾ ਭਜਨ ਕਰਦੇ ਹਾਂ। ਜਿੰਨੇ ਵੀ ਸੁਣਦੇ ਹਨ ਇਹਨਾਂ ਸ਼ਲੋਕਾਂ ਨੂੰ, ਜਿਹੜੇ ਹਾਂ ਕੋਈ ਭਜਨ ਕਰਦਾ ਹੈ, ਕੋਈ ਅੰਮ੍ਰਿਤ ਵੇਲੇ ਉੱਠਦਾ ਹੈ, ਕੋਈ ਘੰਟਾ 2 ਘੰਟੇ 4 ਘੰਟੇ ਭਜਨ ਕਰਦਾ ਹੈ, ਕੋਈ ਸਤਸੰਗ ਵੀ ਜਾਂਦਾ ਨਹੀਂ, ਬਿਲਕੁਲ ਵੀ ਨਹੀਂ। ਲੋਕ ਵੈਸੇ ਹੀ ਫਾਰਮੈਲਿਟੀਆਂ ਕਰਦੇ ਹਨ, ਧਿਆਨ ਦੇ ਕੇ ਸੁਣਦੇ ਨਹੀਂ ਹਨ, ਸੁਣ ਕੇ ਮੰਨਦੇ ਨਹੀਂ ਹਨ। ਇਸ ਕਰਕੇ ਕਿਰਪਾ ਨਹੀਂ ਹੁੰਦੀ। ਸਤਿਗੁਰ ਸੱਚੇ ਪਾਤਸ਼ਾਹ ਫਰਮਾਉਂਦੇ, ਹੇ ਭਾਈ, ਐ ਇਨਸਾਨ ਧਿਆਨ ਦੇ ਕੇ ਸੁਣ। ਆਉਦ ਘਟਤ ਹੈ ਨੀਤ। ਹੇ ਭਾਈ, ਤੇਰੀ ਜਿਹੜੀ ਉਮਰ ਹੈ ਉਹ ਵੱਧਦੀ ਨਹੀਂ ਹੈ, ਤੇਰੀ ਉਮਰ ਘਟਦੀ ਜਾ ਰਹੀ ਹੈ। ਔਦ ਘਟਤ ਹੈ ਨੀ, ਤੇਰੀ ਜਿਹੜੀ ਏਜ ਹੈ, ਤੇਰੀ ਉਮਰ ਹੈ, ਉਹ ਘਟਦੀ ਜਾ ਰਹੀ ਹੈ। ਤੇਰੇ ਸਵਾਸ ਘਟਦੇ ਜਾ ਰਹੇ ਹਨ। ਉਹਦੇ ਵਿੱਚੋਂ ਬਚਪਨ ਜਿਹੜਾ ਹੈ ਮਨਫੀ ਹੋ ਗਿਆ। 1 ਸਾਲ ਦਾ ਬੱਚਾ ਹੋ ਗਿਆ, 1 ਸਾਲ ਗਿਆ, ਫਿਰ 2 ਸਾਲ ਦਾ ਹੋ ਗਿਆ, 2 ਸਾਲ ਗਏ, ਜ਼ਿੰਦਗੀ ਦੇ ਵਿੱਚੋਂ ਚਲੇ ਗਏ। 3 ਸਾਲ ਦੀ ਉਮਰ ਗਈ, 3 ਸਾਲ ਉਮਰ ਉਸਦੀ ਘਟ ਗਈ। 5 4 ਸਾਲ 10 ਸਾਲ ਇਸੇ ਤਰ੍ਹਾਂ ਹੀ 19 ਸਾਲ ਜ਼ਿੰਦਗੀ ਦੇ ਚਲੇ ਗਏ। 20 ਵਰਸ ਕਛਤਾਪਨਾ ਕੀ, ਉਹ 20 ਸਾਲ ਨਿਕਲ ਗਏ ਜ਼ਿੰਦਗੀ ਦੇ ਵਿੱਚੋਂ। ਕਿੰਨੇ ਸਵਾਸ ਨਿਕਲ ਗਏ, ਕਿੰਨੀਆਂ ਰਾਤਾਂ ਨਿਕਲ ਗਈਆਂ, ਕਿੰਨੇ ਦਿਨ ਚਲੇ ਗਏ। 100 ਲਾਂਭੇ ਦਿਨ ਹੈ ਕਿ ਰਾਤੀ ਮਿਲਣ ਸਹੰਸ। ਇੰਨੇ ਦਿਨ, ਇੰਨੀਆਂ ਰਾਤਾਂ, ਇੰਨੇ ਮਹੀਨੇ ਚਲੇ ਗਏ, ਇੰਨੇ ਦਿਨ ਚਲੇ ਗਏ, ਇੰਨੇ ਹਫ਼ਤੇ ਚਲੇ ਗਏ, ਇੰਨੇ ਸਾਲ ਚਲੇ ਗਏ, ਪਰੰਤੂ ਇਸ ਨੂੰ ਕੋਈ ਪਰਵਾਹ ਨਹੀਂ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਤੇਰੀ ਉਮਰ ਘਟਦੀ ਜਾ ਰਹੀ ਹੈ, ਤੂੰ ਕੋਈ ਫਿਕਰ ਕਰ, ਤੂੰ ਪਰਮਾਤਮਾ ਦਾ ਭਜਨ ਕਰ, ਤੂੰ ਪਰਮਾਤਮਾ ਦਾ ਸਿਮਰਨ ਕਰ, ਤੂੰ ਪਰਮਾਤਮਾ ਦਾ ਨਾਮ ਜਪ। ਇੱਕ ਇੱਕ ਸਵਾਸ ਮੁਲਕ ਜਾਵੇ, ਹੱਥ ਨਾ ਆਵੇ ਲੱਖੀ। ਨਾਮ ਜਪਣ ਕੋ ਜੇਬਾ ਦੇਨੀ, ਹਰ ਦਰਸ਼ਨ ਕੋ ਅੱਖੀ। ਇਹ ਪਰਮਾਤਮਾ ਨੂੰ
ਨਾਮ ਜਪਣ ਵਾਸਤੇ ਜਿਹੜੀ ਹੈ ਜ਼ਬਾਨ ਦਿੱਤੀ ਹੈ। ਹਰੀ ਦੇ ਦਰਸ਼ਨਾਂ ਵਾਸਤੇ, ਗੁਰੂ ਦੇ ਦਰਸ਼ਨਾਂ ਵਾਸਤੇ ਅੱਖਾਂ ਦਿੱਤੀਆਂ ਹਨ। ਨਾਮ ਜਪਣ ਕੋ ਜਿਹਵਾ ਦਿਨੀ ਹਰ ਦਰਸ਼ਨ ਕੋ ਅੱਖੀਂ। ਇੱਕ ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ। ਇੱਕ ਇੱਕ ਸਵਾਸ ਜਿਹੜਾ ਉਹ ਬਹੁਤ ਅਮੋਲਕ ਹੈ, ਲੱਖਾਂ ਕਰੋੜਾਂ ਦੇ ਨਾਲ ਵੀ ਨਹੀਂ ਮਿਲ ਸਕਦਾ ਹੈ। ਸੋ ਇਸ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ। ਤੂੰ ਪਰਮਾਤਮਾ ਦਾ ਭਜਨ ਕਰ, ਤੂੰ ਪਰਮਾਤਮਾ ਦਾ ਨਾਮ ਜਾਂ ਪਰਮਾਤਮਾ ਦਾ ਸਿਮਰਨ ਕਰ, ਜਿਹਨੇ ਤੇਰੀ ਗਤ ਮੁਕਤੀ ਕਰਨੀ ਹੈ, ਜਿੱਥੋਂ ਤੈਨੂੰ ਜਿਹੜਾ ਹੈ ਸੱਚਾ ਸੁੱਖ, ਸੱਚੀ ਸ਼ਾਂਤੀ ਪ੍ਰਾਪਤ ਹੋਵੇਗੀ, ਤੇਰਾ ਜੀਵਨ ਸਫਲਾ ਹੋਵੇਗਾ। ਸੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਇਸ ਵੈਰਾਗਮਈ ਸ਼ਲੋਕਾਂ ਦੇ ਅੰਦਰ ਇਸ ਬਾਣੀ ਨੂੰ ਪੜ੍ਹ ਕੇ ਵੈਰਾਗ ਪੈਦਾ ਹੁੰਦਾ ਹੈ ਅਤੇ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਸਿਮਰਨ, ਪਰਮਾਤਮਾ 'ਤੇ ਵਿਸ਼ਵਾਸ ਆਉਂਦਾ ਹੈ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਵੈਰਾਗਮਈ ਬਾਣੀ ਉਚਾਰਨ ਕਰਦੇ ਹਨ। ਜੇ ਸਿਮਰਤ ਗਤ ਪਾਈਐ ਤੇ ਭਜ ਰੇਤੈ ਮੀਤ। ਕਹੋ ਨਾਨਕ ਸੁਨ ਰੇ ਮਨਾ ਆਉਦ ਘਟਤ ਹੈ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀਓਵਨ ਹਾਰ। ਹੇ ਸੰਤਾ ਕੈ ਸਦਾ ਸੰਗ ਨਿਤਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।